ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਸ਼ਵੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਲਗਭਗ 19 ਸਾਲ ਦੀ ਲੰਮੀ ਇੰਤਜ਼ਾਰ ਤੋਂ ਬਾਅਦ ਅਖੀਰ ਭਾਰਤੀ ਜਸਟਿਸ ਸਿਸਟਮ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੀ ਨੂੰ ਇਨਸਾਫ ਦੇਣ ਲਈ ਇੱਕ ਛੋਟਾ ਜਿਹਾ ਕਦਮ ਵਧਾਇਆ ਹੈ। ਬਿਨਾਂ ਕਿਸੇ ਸਬੂਤਾਂ ਗਵਾਹਾਂ ਦੇ ਟਾਡਾ ਵਰਗੇ ਕਾਲੇ ਕਾਨੂੰਨ ਹੇਠ ਸੈਲਫ ਕਨਫੈਸ਼ਨ ਨੂੰ ਸਟੇਟਮੈਂਟ ਨੂੰ ਆਧਾਰ ਬਣਾ ਕੇ ਪ੍ਰੋਫੈਸਰ ਭੁੱਲਰ ਜੀ ਦੇ ਸਿਰ ਤੇ ਫਾਂਸੀ ਦੀ ਤਲਵਾਰ ਲਟਕਾ ਦਿੱਤੀ ਗਈ ਸੀ। ਪ੍ਰੋਫੈਸਰ ਭੁੱਲਰ ਜੀ ਨੂੰ ਇੱਕ ਕਾਲ ਕੋਠਰੀ ਵਿੱਚ ਬੰਦ ਕਰਕੇ ਤਸੀਹੇ ਦੇ ਕੇ ਮਾਨਸਿਕ ਰੋਗੀ ਬਣਾ ਦਿੱਤਾ ਗਿਆ। ਕੇਂਦਰ ਸਰਕਾਰ ਦੀ ਹੱਠਧਰਮੀ ਅਤੇ ਅਦਾਲਤੀ ਸਿਸਟਮ ਦੀ ਪਹੁੰਚ ਨੇ 19 ਸਾਲ ਪ੍ਰੋਫੈਸਰ ਭੁੱਲਰ, ਉਸਦੇ ਪਰਿਵਾਰ ਅਤੇ ਸਮੁੱਚੀ ਸਿੱਖ ਕੌਮ ਨੂੰ ਜ਼ਲੀਲ ਕੀਤਾ। ਹੁਣ ਜਦੋਂ ਕਿ ਇਹ ਫੈਸਲਾ ਆਇਆ ਹੈ, ਇਸ ਵੇਲੇ ਪ੍ਰੋਫੈਸਰ ਭੁੱਲਰ ਜੀ ਦੀ ਸਰੀਰਕ ਅਤੇ ਮਾਨਸਿਕ ਅਵਸਥਾ ਬੜੀ ਗੰਭੀਰ ਬਣੀ ਹੋਈ ਹੈ। ਵਿਊਅਰਸ, ਪ੍ਰੋਫੈਸਰ ਭੁੱਲਰ ਜੀ ਦੇ ਕੇਸ ਸੰਬੰਧੀ ਅੱਜ ਅਸੀਂ ਤੁਹਾਨੂੰ ਦੋ ਪ੍ਰਮੁੱਖ ਸ਼ਖਸੀਅਤਾਂ ਨਾਲ ਮਿਲਾਉਣ ਜਾ ਰਹੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਅਤੇ ਲਾਇਰ ਫॉर ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਸੀਨੀਅਰ ਆਗੂ ਸਰਦਾਰ ਨਵਕਿਰਨ ਸਿੰਘ ਜੀ ਨਾਲ, ਜਿਹੜੇ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੀ ਦੇ ਵਕੀਲ ਵੀ ਰਹੇ ਹਨ ਅਤੇ ਉਹਨਾਂ ਦੇ ਡੈਥ ਸੈਂਟੈਂਸ ਖਤਮ ਕਰਵਾਉਣ ਦੀ ਲੌਬਿੰਗ ਦਾ ਮੁੱਖ ਹਿੱਸਾ ਵੀ ਰਹੇ ਹਨ। ਤੇ ਸਾਡਾ ਹੁਣ ਚੰਡੀਗੜ੍ਹ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ ਸਰਦਾਰ ਨਵਕਿਰਨ ਸਿੰਘ ਜੀ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ, ਅੱਜ ਸਭ ਤੋਂ ਪਹਿਲਾਂ ਪ੍ਰੋਫੈਸਰ ਭੁੱਲਰ ਜੀ ਦੇ ਕੇਸ ਸੰਬੰਧੀ ਸੁਪਰੀਮ ਕੋਰਟ ਦੇ 4 ਮੈਂਬਰੀ ਪੈਨਲ ਵੱਲੋਂ ਆਈ ਜਜਮੈਂਟ ਸੰਬੰਧੀ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਪਹਿਲੇ ਤਾਂ ਮੈਂ ਇਸ ਜਜਮੈਂਟ ਨੂੰ ਵੈਲਕਮ ਕਰਾਂਗਾ, ਕਿਉਂਕਿ ਜਿਹੜੇ ਪਹਿਲੇ ਫੈਸਲਾ ਆਇਆ ਸੀਗਾ 3 ਜੱਜਾਂ ਦਾ ਜੀ, ਜਿਹਦੇ ਵਿੱਚ ਉਹਨਾਂ ਜੱਜ ਸਾਹਿਬਾਨਾਂ ਨੇ ਇਹ ਕਿਹਾ ਸੀਗਾ ਕਿ ਜਿਹੜੇ ਲੋਕ ਮਿਲੀਟੈਂਟਸ ਰਿਲੇਟਡ ਜਾਂ ਟੈਰਰਿਸਟ ਰਿਲੇਟਡ ਕ੍ਰਾਈਮਸ ਵਿੱਚ ਇਨਵੋਲਵ ਹੈਗੇ ਨੇ ਜੀ, ਉਹਨਾਂ ਨੂੰ ਭਾਵੇਂ ਜਿੰਨੀ ਮਰਜ਼ੀ ਦੇਰ ਹੋ ਜਾਏ ਫਾਂਸੀ ਨਾ ਦਿੱਤੀ ਗਈ ਹੋਵੇ, ਪਰ ਉਹਨਾਂ ਨੂੰ ਉਸ ਦੇਰੀ ਦਾ ਫਾਇਦਾ ਨਹੀਂ ਮਿਲ ਸਕੇਗਾ। ਹਾਂਜੀ, ਉਹ ਬੜੀ ਹੀ ਇੱਕ ਮੰਦਭਾਗੀ ਜਜਮੈਂਟ ਸੀਗੀ ਤੇ ਪਿਛਾਂ ਖਿੱਚੂ ਜਜਮੈਂਟ ਸੀਗੀ। ਸੋ ਇਹ ਜਿਹੜੇ ਹੁਣ ਜੱਜਾਂ ਨੇ ਫੈਸਲਾ ਕੀਤਾ ਜੀ, ਉਸ ਜਜਮੈਂਟ ਨੂੰ ਵੀ ਇਹਨਾਂ ਨੇ ਨਿਖੇਧ ਕੀਤਾ ਤੇ ਉਹਨਾਂ ਨੇ ਕਿਹਾ ਵੀ ਭਾਵੇਂ ਕੋਈ ਵੀ ਬੰਦਾ ਫਾਂਸੀ ਦੀ ਸਜ਼ਾ ਭੋਗ ਰਿਹਾ ਹੋਵੇ, ਹਾਂਜੀ, ਪਰ ਜੇ ਤੁਸੀਂ ਉਹਨੂੰ ਐਗਜ਼ੀਕਿਊਟ ਨਹੀਂ ਕਰਦੇ ਛੇਤੀ ਤੋਂ ਛੇਤੀ, ਤਾਂ ਜਿਹੜੀ ਦੇਰੀ ਹੈ, ਦੇਰੀ ਦੇ ਕਰਕੇ ਉਹਨੂੰ ਇੱਕ ਰਾਈਟ ਐਕਰੀਊ ਕਰ ਜਾਂਦਾ ਹੈ ਜੀ, ਕਿ ਅਦਾਲਤ ਦਾ ਮੁੜ ਕੇ ਬੂਹਾ ਖੜਕਾ ਸਕੇ ਵੀ ਮੈਨੂੰ ਇੰਨੀ ਦੇਰ ਹੋ ਗਈ ਹੈ ਜੀ, ਸਜ਼ਾਏ ਮੌਤ ਜਿਹੜੀ ਹੈਗੀ ਹੈ ਮੇਰੀ ਐਗਜ਼ੀਕਿਊਟ ਨਹੀਂ ਕੀਤੀ ਗਈ ਜੀ, ਤੇ ਉਸ ਸਪੇਸ ਦੇ ਉੱਤੇ ਮੇਰੀ ਸਜ਼ਾਏ ਮੌਤ ਨੂੰ ਖਤਮ ਕਰਕੇ ਉਮਰ ਕੈਦ ਦੀ ਤਬਦੀਲੀ ਕਰ ਦਿੱਤਾ ਜਾਵੇ। ਸੋ ਇਹ ਫੈਸਲਾ ਬੜਾ ਮੁਬਾਰਕ ਹੈਗਾ, ਹਾਂਜੀ, ਬੜਾ ਅਗਾਂਹਵਧੂ ਹੈਗਾ ਜੀ, ਤੇ ਸਾਨੂੰ ਬੜੀ ਖੁਸ਼ੀ ਹੈ ਇਸ ਫੈਸਲੇ ਦੇ ਨਾਲ। ਬਿਲਕੁਲ ਬਿਲਕੁਲ ਬਿਲਕੁਲ। ਤੇ ਵੀਰ ਜੀ, ਜਿਸ ਤੁਸੀਂ ਵਕੀਲ ਹੋ, ਸਾਨੂੰ ਦੱਸੋ ਕਿ ਹੁਣ ਇਸ ਦਾ ਅਗਲਾ ਸਟੈਪ ਕੀ ਹੋਵੇਗਾ ਜਿਸ ਨਾਲ ਪ੍ਰੋਫੈਸਰ ਭੁੱਲਰ ਜੀ ਦੀ ਰਿਹਾਈ ਫੌਰਨ ਹੋ ਸਕੇਗੀ? ਦੇਖੋ, ਦਵਿੰਦਰਪਾਲ ਸਿੰਘ ਭੁੱਲਰ ਇਸ ਵੇਲੇ ਬੜੇ ਇੱਕ ਗੰਭੀਰ ਮਾਨਸਿਕ ਰੋਗੀ ਬਣੇ ਹੋਏ ਨੇ ਜੀ। ਮੈਨੂੰ ਉਹਨਾਂ ਨੂੰ ਮਿਲਿਆ ਜਿਹੜਾ ਹੈਗਾ 2 ਸਾਲ ਤੋਂ ਉੱਤੇ ਹੋ ਗਏ ਨੇ। ਮੈਂ ਉਹਨਾਂ ਨੂੰ ਮਿਲਣ ਜਾਂਦਾ ਹੁੰਦਾ ਸੀਗਾ ਜੀ, ਜਦੋਂ ਉਹਨਾਂ ਦੇ ਫਾਦਰ ਤੇ ਮਾਸਟਰ ਦਾ ਕੇਸ ਮੈਂ ਕਰ ਰਿਹਾ ਸੀਗਾ, ਜਿਹਨਾਂ ਨੂੰ ਚੁੱਕ ਕੇ ਡੀਜੀਪੀ ਸੈਣੀ ਨੇ ਮਾਰ ਦਿੱਤਾ ਸੀਗਾ, ਹਾਂਜੀ, ਤੇ ਮੈਂ ਉੱਥੇ ਮੈਂਟਲ ਹਸਪੀਟਲ ਵਿੱਚ ਉਹਨਾਂ ਨੂੰ ਜਾ ਕੇ ਮਿਲਦਾ ਰਿਹਾ ਹੈਗਾ। ਸੋ ਬੜੀ ਹੀ ਮਾੜੀ ਅਵਸਥਾ ਸੀਗੀ, ਪਰ ਉਦੋਂ ਤਾਂ ਵੀ ਜਿਹੜਾ ਹੈਗਾ ਉਹ ਗੱਲਬਾਤ ਕਰ ਲੈਂਦੇ ਸੀਗੇ, ਹਾਂਜੀ, ਮਿਲ ਲੈਂਦੇ ਸੀਗੇ। ਤੇ ਲੇਕਿਨ ਉਸ ਤੋਂ ਬਾਅਦ ਤਾਂ ਮੈਨੂੰ ਪਤਾ ਚੱਲਿਆ ਕਿ ਉਹਨਾਂ ਦਾ ਹਾਲ ਬਹੁਤ ਹੀ ਮਾੜਾ। ਤੋਂ ਇਸ ਵੇਲੇ ਜਿਹੜਾ ਉਹਨਾਂ ਦੀ ਸਥਿਤੀ ਹੈਗੀ ਹੈ ਉਹ ਇੱਕ ਤਰ੍ਹਾਂ ਦਾ ਬੜੇ ਗੰਭੀਰ ਰੋਗ ਦੇ ਵਿੱਚ ਲਿਪਟੇ ਹੋਏ ਨੇ ਜੀ, ਤੇ ਮੂਵਮੈਂਟ ਨਾ ਹੋਣ ਕਰਕੇ ਫਿਜ਼ੀਕਲ ਪ੍ਰੋਬਲਮਸ ਤਾਂ ਹੈਗੀ ਹੈ, ਮੈਂਟਲ ਪ੍ਰੋਬਲਮ ਬਹੁਤ ਜ਼ਿਆਦਾ ਹੈਗੀ ਹੈ, ਹਾਂਜੀ। ਹੁਣ ਦੇਖਣ ਵਾਲੀ ਗੱਲ ਹੈ ਕਿ ਇੱਕ ਬੰਦੇ ਨੂੰ ਤੁਸੀਂ ਜਿਹੜਾ ਹੈਗਾ ਇਹਨੇ ਲੰਬੇ ਸਮੇਂ ਜਿਹੜਾ ਹੈਗਾ ਹਿਰਾਸਤ 'ਚ ਰੱਖਿਆ ਜੀ, ਉਸ ਹਿਰਾਸਤ ਦੇ ਵਿੱਚ ਉਹਨੂੰ ਇਕੱਲੇ ਰਹਿਣ ਕਰਕੇ ਜਿਹੜੀ ਮਾਨਸਿਕ ਪੀੜਾ ਦੇਖਣੀ ਪਈ ਜੀ, ਕਿਉਂਕਿ ਸਵੇਰੇ ਅੱਧਾ ਪੌਣਾ ਘੰਟਾ ਕੱਢਦੇ ਸੀ ਤੇ ਸ਼ਾਮੀ ਅੱਧਾ ਪੌਣਾ ਘੰਟਾ ਬਾਹਰ ਕੱਢਦੇ ਸੀ, ਤੇ ਉਹ ਜਿਹੜਾ ਮੈਂਟਲ ਟੌਰਚਰ ਜਿਹੜਾ ਹੈਗਾ ਜਿਹਦੇ ਕਰਕੇ ਉਹ ਅੱਜ ਇੱਕ ਰੋਗੀ ਬਣ ਗਏ ਨੇ, ਆਪਣੇ ਘਰਦਿਆਂ ਤੋਂ ਦੂਰ ਰਹਿ ਕੇ ਸਜ਼ਾਏ ਮੌਤ ਨੂੰ ਰੋਜ਼ ਫੇਸ ਕਰਕੇ
ਜੀ ਉਹਨਾਂ ਨੂੰ ਅੱਜ ਜਦੋਂ ਅਸੀਂ ਹੁਣ ਡੈਥ ਸੈਂਟੈਂਸ ਨੂੰ ਕਨਵਰਟ ਤਾਂ ਕਰਤੀ ਲਾਈਫ ਇੰਪ੍ਰਿਜ਼ਨਮੈਂਟ ਵਿੱਚ, ਹਾਂਜੀ ਪਰ ਜਦ ਤੱਕ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਜਾਂਦਾ ਤਦ ਤੱਕ ਉਹਨਾਂ ਦਾ ਰੋਗ ਦੂਰ ਨਹੀਂ ਹੋ ਸਕਦਾ। ਬਿਲਕੁਲ ਬਿਲਕੁਲ। ਸੋ ਜਿਹੜੀ ਲੜਾਈ ਹੈਗੀ ਹੈ, ਜਿਹੜੀ ਕਾਨੂੰਨੀ ਲੜਾਈ ਅਸੀਂ ਲੜ ਰਹੇ ਸੀ ਜਾਂ ਇੰਟਰਨੈਸ਼ਨਲ ਕੰਪੇਨ ਅਸੀਂ ਚਲਾ ਰਹੇ ਸੀਗੇ, ਹਾਂਜੀ ਉਹਦੇ ਵਿੱਚ ਅਸੀਂ ਇੱਕ ਹਿੱਸਾ ਤਾਂ ਅਸੀਂ ਜਿੱਤ ਗਏ ਹਾਂ, ਲੇਕਿਨ ਜਿੱਤ ਸਾਡੀ ਪੂਰਨ ਤੌਰ ਤੇ ਤਾਂ ਹੀ ਹੋਏਗੀ ਜਦੋਂ ਅਸੀਂ ਉਹਨਾਂ ਨੂੰ ਬਾਹਰ ਕੱਢ ਲਾਂਗੇ। ਜੀ ਸੋ ਉਹ ਅਜੇ ਜਿਹੜੀ ਹੈਗੀ ਜਦੋਂ ਜਹਿਦ ਸਾਨੂੰ ਚਲਾਣੀ ਪਏਗੀ, ਜੀ ਉਹਨਾਂ ਨੂੰ ਆਜ਼ਾਦ ਕਰਾਉਣਾ ਪਏਗਾ ਤਾਂ ਕਿ ਆਪਣੇ ਪਰਿਵਾਰ ਵਿੱਚ ਰਹਿ ਸਕਣ, ਠੀਕ ਹੋ ਸਕਣ। ਬਿਕੋਜ਼ ਜਿਸ ਤਰੀਕੇ ਦੀ ਉਹ ਮਾਨਸਿਕ ਪੀੜਾ ਦੇ ਵਿੱਚ ਹੈਗੇ ਨੇ, ਜੀ ਉਹਨਾਂ ਦੀ ਜਾਨ ਲਈ ਬੜਾ ਖਤਰਾ ਬਣਿਆ ਹੋਇਆ ਹੈ। ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਦੁਨੀਆ ਵਿੱਚ ਡੈਥ ਪੈਨਲਟੀ ਦੇ ਖਿਲਾਫ ਲਾਬੀ ਕਰ ਰਹੀ ਆਰਗੇਨਾਈਜੇਸ਼ਨ ਦਾ ਵੀ ਹਿੱਸਾ ਹੋ, ਭਾਰਤ ਵਿੱਚ ਡੈਥ ਪੈਨਲਟੀ ਖਤਮ ਕਰਵਾਉਣ ਵਿੱਚ ਇਸ ਫੈਸਲੇ ਦਾ ਕੋਈ ਇੰਪੈਕਟ ਹੋਏਗਾ? ਇਸ ਬਾਰੇ ਜਿਹੜਾ ਵੇਰਵੇ ਦੇ ਨਾਲ ਸਾਰੀਆਂ ਸੰਗਤਾਂ ਨੂੰ ਜਾਣਕਾਰੀ ਦਿਓ। ਦੇਖੋ, ਭਾਰਤ ਦੇ ਵਿੱਚ ਜਿਹੜੀ ਡੈਥ ਸੈਂਟੈਂਸ ਹੈ ਬੜੀ ਘੱਟ ਇਸਤੇਮਾਲ ਕੀਤੀ ਜਾਂਦੀ ਹੈ। ਹਾਂਜੀ। ਕਿਉਂਕਿ ਅਗਰ ਤੁਸੀਂ ਸਟੈਟਿਸਟਿਕਸ ਦੇਖੋ ਤੇ 1.2 ਬਿਲੀਅਨ ਪੀਪਲ ਦੇ ਅਗੇਂਸਟ ਜਿਹੜੇ ਲੋਕੀ ਇਸ ਲਈ ਡੈਥ ਰੋ ਦੇ ਉੱਤੇ ਹੈਗੇ ਨੇ, ਜਿਨ੍ਹਾਂ ਨੂੰ ਫਾਂਸੀ ਲਾਈ ਜਾ ਸਕਦੀ ਹੈ, ਜੀ ਉਹ ਮਸਾਂ 10 ਬੰਦੇ ਹੋਣ। ਹਾਂਜੀ ਤੇ ਉਹਨਾਂ ਦੀ ਵੀ ਮਰਸੀ ਪਟੀਸ਼ਨਸ ਪੈਂਡਿੰਗ ਪਈਆਂ ਨੇ। ਜੀ ਸੋ ਆਲਰੇਡੀ ਜਿਹੜਾ ਇੰਡੀਆ ਹੈਗਾ ਉਹ ਡੈਥ ਸੈਂਟੈਂਸ ਨੂੰ ਬੜਾ ਘੱਟ ਯੂਜ਼ ਕਰ ਰਿਹਾ, ਕਿਉਂਕਿ ਰੇਅਰੈਸਟ ਆਫ ਰੇਅਰ ਕੇਸ ਦੇ ਵਿੱਚ ਡੈਥ ਸੈਂਟੈਂਸ ਦਿੱਤੀ ਜਾਂਦੀ ਹੈ। ਹਾਂਜੀ। ਤੇ ਜਿਹੜੇ ਉਹ ਰੇਅਰੈਸਟ ਆਫ ਰੇਅਰ ਕੇਸ ਹੈ, ਸਾਡਾ ਇਹ ਵੀ ਐਲੀਗੇਸ਼ਨ ਹੈਗਾ ਕਿ ਉਹ ਰੇਅਰੈਸਟ ਆਫ ਰੇਅਰ ਕੇਸ ਦੀ ਕਿਉਂਕਿ ਡੈਫੀਨੇਸ਼ਨ ਕੋਈ ਨਹੀਂ ਹੈ ਜੀ ਤੇ ਜੱਜ ਤੇ ਅਸੀਂ ਡਿਪੈਂਡੈਂਟ ਹੈਗੇ ਆ ਕਿ ਉਹ ਜਿਹੜਾ ਉਹਦੇ ਮਨ ਨੂੰ ਲੱਗੇ ਵੀ ਇਹ ਰੇਅਰੈਸਟ ਆਫ ਰੇਅਰ ਕੇਸ ਹੈ, ਉਹਦੇ ਫਾਂਸੀ ਦੇ ਦਿੰਦਾ। ਹਾਂਜੀ। ਤੇ ਜਿਹੜਾ ਸਮਝੇ ਨਹੀਂ ਹੈਗਾ ਤੇ ਉਹਦੇ ਚੋਂ ਕਹਿੰਦਾ ਵੀ ਨਹੀਂ, ਮੈਂ ਓਵਰ ਕੈਦ ਦੇ ਰਿਹਾ। ਹਾਂਜੀ। ਜਿਵੇਂ ਕਿ ਮੈਂ ਹਮੇਸ਼ਾ ਕੋਟ ਕਰਦਾ ਹੁੰਦਾ ਐਗਜ਼ਾਮਪਲਸ, ਕਿਸ਼ੋਰੀ ਲਾਲ ਬੁੱਚੜ ਜਿਹੜਾ ਕਿ ਜਿਹਨੇ ਸਿੱਖ ਕਤਲੇਆਮ ਵਿੱਚ 7 ਸਿੱਖ ਮਾਰੇ, ਉਹਦਾ ਜਦੋਂ ਫੈਸਲਾ ਕਰਨਾ ਸੀਗਾ ਤੇ ਸੁਪਰੀਮ ਕੋਰਟ ਨੂੰ ਜਦੋਂ ਡੈਥ ਸੈਂਟੈਂਸ ਭੇਜੀ ਗਈ ਅਪੀਲ ਉੱਥੇ ਪੈਂਡਿੰਗ ਸੀਗੀ, ਹਾਂਜੀ। ਸੁਪਰੀਮ ਕੋਰਟ ਨੇ ਇਹ ਕਹਿਤਾ ਜੀ ਕਿ ਇਸ ਬੰਦੇ ਨੇ ਜਿਹੜਾ ਜੁਰਮ ਕੀਤਾ ਹੈ ਉਹ ਇੱਕ ਹਜੂਮ ਦਾ ਹਿੱਸਾ ਬਣ ਕੇ ਜੁਰਮ ਕੀਤਾ ਹੈ ਤੇ ਇਹਦੇ ਜਿਹੜੇ ਹੈਗੇ ਨੇ ਇਮੋਸ਼ਨਸ ਬੜੇ ਹਾਈ ਸੀਗੇ, ਕਿਉਂਕਿ ਦੇਸ਼ ਦੀ ਪ੍ਰਧਾਨ ਮੰਤਰੀ ਬਣੀ ਸੀ, ਇਸ ਕਰਕੇ ਇਹਨੂੰ ਜਿਹੜਾ ਹੈਗਾ ਡੈਥ ਸੈਂਟੈਂਸ ਨਹੀਂ ਦੇਣੀ ਚਾਹੀਦੀ। ਜੀ ਹੁਣ ਇੱਕ ਸ਼ਖਸ ਤੇ 7 ਬੰਦੇ ਮਾਰੇ ਐਂਡ ਆਪਣਾ ਉਹ ਬੁੱਚੜ ਦੀ ਛੁਰੇ ਦੇ ਨਾਲ ਉਹ ਐਟ ਰੈਂਡਮ ਕਿਲਿੰਗ ਕਰਦਾ ਰਿਹਾ, ਹਾਂਜੀ ਲੇਕਿਨ ਉਹਨੂੰ ਡੈਥ ਸੈਂਟੈਂਸ ਨਹੀਂ ਦਿੱਤੀ ਗਈ। ਜੀ ਇਸੇ ਤਰੀਕੇ ਨਾਲ ਜਿਹੜਾ ਗ੍ਰਾਮ ਸਟੇਨ ਦਾ ਜਿਹੜਾ ਕਿਲਰ ਹੈ ਦਾਰਾ ਸਿੰਘ, ਜਿਹੜਾ ਆਰਐਸਐਸ ਦਾ ਵਰਕਰ ਸੀਗਾ, ਉਹਦੇ 3 ਬੰਦੇ ਮਾਰਨ ਦੇ ਬਾਵਜੂਦ ਜਿਹੜਾ ਹੈਗਾ ਸੁਪਰੀਮ ਕੋਰਟ ਨੇ ਉਹਨੂੰ ਡੈਥ ਸੈਂਟੈਂਸ ਨਹੀਂ ਦਿੱਤੀ। ਜੀ ਸੋ ਦੇਖਿਆ ਗਿਆ ਕਿ ਡੈਥ ਸੈਂਟੈਂਸ ਜਿਹੜੀ ਹੈ ਉਹ ਜੱਜ ਟੂ ਜੱਜ ਉਹਦੀ ਡੈਫੀਨੇਸ਼ਨ ਡਿਫਰੈਂਟ ਹੈਗੀ ਹੈ ਤੇ ਉਹਦਾ ਪੈਮਾਨਾ ਕੋਈ ਫਿਕਸ ਨਹੀਂ ਕੀਤਾ ਜਾ ਸਕਦਾ। ਜੀ ਪਰ ਫਿਰ ਵੀ ਜਿਹੜਾ ਬਹੁਤ ਘੱਟ ਲੋਕਾਂ ਨੂੰ ਡੈਥ ਸੈਂਟੈਂਸ ਮਿਲਦੀ ਹੈ। ਅਦਾਲਤਾਂ ਤਾਂ ਦੇ ਦਿੰਦੀਆਂ ਨੇ ਥਰਡੀਆਂ, ਹਾਂਜੀ ਲੇਕਿਨ ਜਦ ਤੱਕ ਅਪੀਲਾਂ ਖਤਮ ਹੁੰਦੀਆਂ ਨੇ ਸੁਪਰੀਮ ਕੋਰਟ ਤੱਕ, ਤਦ ਤੱਕ 90% ਕੇਸ ਦੇ ਵਿੱਚ ਡੈਥ ਸੈਂਟੈਂਸ ਖਤਮ ਕਰ ਦਿੱਤੀ ਜਾਂਦੀ ਹੈ ਤੇ ਉਮਰ ਕੈਦ ਦੀ ਤਬਦੀਲ ਕਰ ਦਿੱਤੀ ਜਾਂਦੀ ਹੈ। ਜੀ ਬਿਲਕੁਲ। ਸੋ ਮਨੁੱਖੀ ਅਧਿਕਾਰ ਦੇ ਕਾਰਕੁਨ ਜਾਂ ਸਾਡੀ ਜਥੇਬੰਦੀਆਂ ਇਹੀ ਕੰਪੇਨ ਕਰਦੀਆਂ ਨੇ ਜੀ ਵੀ ਜੇ ਤੁਸੀਂ 2008 ਦੇ ਵਿੱਚ ਤੁਸੀਂ ਇੱਕ ਬੰਦੇ ਨੂੰ ਫਾਂਸੀ ਲਾਇਆ, ਉਸ ਤੋਂ ਪਹਿਲੇ 1998 ਚ ਲਗਾਇਆ ਇੱਕ ਬੰਦੇ ਨੂੰ, ਫਿਰ ਤੁਸੀਂ 2012 ਦੇ ਵਿੱਚ ਇੱਕ ਨੂੰ ਲਗਾਇਆ ਤੇ 2013 ਦੇ ਵਿੱਚ ਇੱਕ ਨੂੰ ਲਗਾਇਆ। ਹਾਂਜੀ। ਜੇ ਤੁਹਾਡੇ ਕੋਲ ਇੰਨੇ ਘੱਟ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਫਾਂਸੀ ਲਗਾਉਂਦੇ ਹੋ, ਤੁਸੀਂ ਫਾਂਸੀ ਦੀ ਸਜ਼ਾ ਨੂੰ ਖਤਮ ਨਹੀਂ ਕਰਦੇ ਹੋ। ਬਿਲਕੁਲ ਜੀ। ਕਿਸੇ ਬੰਦੇ ਨੂੰ ਸਜ਼ਾ ਦੇਣ ਲਈ ਹੋਰ ਕੋਈ ਤਰੀਕਾ ਵੀ ਲੱਭਿਆ ਜਾ ਸਕਦਾ ਹੈ, ਜੀ ਪਰ ਫਾਂਸੀ ਦੀ ਸਜ਼ਾ ਜਿਹੜੀ ਅਣਮਨੁੱਖੀ ਹੈਗੀ ਹੈ ਜੀ ਤੇ ਜਿਹੜੀ ਇਰਰਿਵਰਸਿਬਲ ਹੈ ਤੇ ਜਿਸ ਦਾ ਕੋਈ ਦੂਸਰੇ ਕਿਸੇ ਜੁਰਮ ਕਰਨ ਵਾਲੇ ਤੇ ਅਸਰ ਨਹੀਂ ਹੁੰਦਾ, ਉਹਨੂੰ ਖਤਮ ਕਰਨੀ ਹੀ ਜਿਹੜਾ ਹੈਗਾ ਹਿੰਦੁਸਤਾਨ ਦੇ ਹੱਕ 'ਚ ਹੈਗੀ ਹੈ, ਤਾਂ ਕਿ ਹਿੰਦੁਸਤਾਨ ਵੀ ਜਿਹੜਾ ਹੈਗਾ, ਇੰਡੀਆ ਜਿਹੜਾ ਹੈਗਾ, ਉਹ ਜਿਹੜੇ ਬਾਕੀ ਮੁਲਕ ਜਿਹੜੇ ਹੈਗੇ ਨੇ ਵਰਲਡ ਦੇ, ਜੀ ਜਿਵੇਂ ਉਹ ਫਾਂਸੀ ਦੀ ਸਜ਼ਾ ਨੂੰ ਖਤਮ ਕਰਕੇ ਇਸ ਇਨਹਿਊਮਨ ਤਰੀਕੇ ਨੂੰ ਤੋਂ ਨਿਜਾਤ ਪਾ ਚੁੱਕੇ ਨੇ, ਹਾਂਜੀ ਇੰਡੀਆ ਨੂੰ ਵੀ ਨਿਜਾਤ ਪਾਣੀ ਚਾਹੀਦੀ ਹੈ।
ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਪਿਛਲੀ ਇੰਟਰਵਿਊ ਦੇ ਵਿੱਚ ਤੁਹਾਨੂੰ ਅਸੀਂ ਆਲਰੇਡੀ ਇਹ ਕੁਐਸਚਨ ਪੁੱਛ ਚੁੱਕੇ, ਪਰ ਸਾਡੇ ਨਾਲ ਬਹੁਤ ਸਾਰੇ ਨਵੇਂ ਦਰਸ਼ਕ ਜੁੜੇ ਨੇ, ਇਸ ਲਈ ਅਸੀਂ ਇਹ ਸਵਾਲ ਫਿਰ ਤੋਂ ਰਿਪੀਟ ਕਰਦੇ। ਜਿਸ ਤਰ੍ਹਾਂ ਪ੍ਰੋਫੈਸਰ ਭੁੱਲਰ ਜੀ ਨੂੰ ਡੈਥ ਸੈਂਟੈਂਸ ਦੀ ਪੈਨਲਟੀ ਮਿਲੀ ਸੀਗੀ, ਉਹ ਕਿਹਨਾਂ ਸਬੂਤਾਂ ਕਿਹਨਾਂ ਆਧਾਰਾਂ ਦੇ ਉੱਪਰ ਉਹਨਾਂ ਨੂੰ ਮਿਲੀ ਸੀਗੀ ਪੈਨਲਟੀ? ਇਹ ਇਸ ਬਾਰੇ ਵੀ ਥੋੜਾ ਜਿਹਾ ਵੇਰਵੇ ਦੇ ਨਾਲ ਸਾਰੇ ਦਰਸ਼ਕਾਂ ਨੂੰ ਦੱਸੋ। ਦੇਖੋ, ਦਵਿੰਦਰਪਾਲ ਸਿੰਘ ਭੁੱਲਰ ਦੇ ਕੇਸ ਵਿੱਚ ਕੋਈ ਸਬੂਤ ਨਹੀਂ ਸੀਗਾ, ਸਿਵਾਏ ਕਿ ਇੱਕ ਕਨਫੈਸ਼ਨ ਸਟੇਟਮੈਂਟ ਸੀਗੀ ਜਿਹੜੀ ਸੀਬੀਆਈ ਨੇ ਉਹਦੇ ਤੋਂ ਲਿੱਤੀ ਜਦੋਂ ਕਿ ਉਹ ਜਰਮਨੀ ਤੋਂ ਡਿਪੋਰਟ ਹੋਇਆ ਜੀ। ਜਰਮਨੀ ਤੋਂ ਡਿਪੋਰਟ ਹੋਣ ਤੋਂ ਬਾਅਦ ਨਾ ਉਹਨੂੰ ਵਕੀਲ ਮਿਲਾਇਆ ਗਿਆ, ਨਾ ਉਹਦੇ ਰਿਸ਼ਤੇਦਾਰ ਮਿਲਾਏ ਗਏ। ਹਾਂਜੀ। ਉਹਨੂੰ ਸੀਬੀਆਈ ਨੇ ਜਿਹੜਾ ਹੈਗਾ ਮਾਨਸਿਕ ਤਸ਼ੱਦਦ ਦੇ ਕੇ ਤੇ ਫਿਜ਼ੀਕਲ ਟੌਰਚਰ ਕਰਕੇ ਉਹਨੂੰ ਫੋਰਸ ਕੀਤਾ ਵੀ ਤੂੰ ਆਪਣੇ ਕ੍ਰਾਈਮ ਨੂੰ ਕਨਫੈਸ ਕਰ ਲੈ ਜੀ। ਤੇ ਉਸ ਜਿਹੜੀ ਕਨਫੈਸ਼ਨ ਸਟੇਟਮੈਂਟ ਜਿਹਨੂੰ ਆਪਾਂ ਕਹਿੰਦੇ ਆ ਵੀ ਇਹਨੇ ਜੁਰਮ ਆਪਣਾ ਮੰਨਿਆ, ਹਾਂਜੀ, ਉਹਦੇ ਤੇ ਆਧਾਰ ਕਰਕੇ ਸਾਰੀ ਤੇ ਸਾਰੀ ਜਿਹੜੀ ਫੈਸਲਾ ਕੀਤਾ ਗਿਆ। ਜੀ। ਹੁਣ ਦੇਖਣ ਵਾਲੀ ਗੱਲ ਹੈਗੀ ਹੈ ਕਿ ਉਸ ਫੈਸਲੇ ਨੂੰ ਜਦੋਂ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ, ਫਿਰ ਅਲਟੀਮੇਟਲੀ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ। ਜੀ। ਸੁਪਰੀਮ ਕੋਰਟ ਵਿੱਚ ਹਾਈ ਕੋਰਟ ਵਿੱਚ ਅਪੀਲ ਆਦੀ ਨਹੀਂ ਸੀ ਗਈ, ਕਿਉਂਕਿ ਟਾਟਾ ਦਾ ਕੇਸ ਸਿੱਧੀ ਸੁਪਰੀਮ ਕੋਰਟ ਵਿੱਚ ਅਪੀਲ ਗਈ ਸੀ। ਹਾਂਜੀ। ਸੁਪਰੀਮ ਕੋਰਟ ਦੇ ਵਿੱਚ ਜਿਹੜੇ 3 ਜੱਜ ਕੇਸ ਸੁਣ ਰਹੇ ਸੀਗੇ, ਉਹਨਾਂ ਚੋਂ ਇੱਕ ਜੱਜ ਨੇ ਉਹਨੂੰ ਬਰੀ ਕਰ ਦਿੱਤਾ। ਹਾਂਜੀ। ਸੋ ਤਿੰਨੋਂ ਜੱਜ ਵੀ ਯੂਨੈਨਿਮਸ ਨਹੀਂ ਸੀਗੇ ਇਸ ਡਿਸੀਜਨ ਦੇ ਵਿੱਚ, ਲੇਕਿਨ ਫਿਰ ਵੀ ਜਿਹੜਾ ਹੈਗਾ ਸਜ਼ਾ ਮੌਤ ਦੀ ਸਜ਼ਾ ਉਹਨੂੰ ਸੁਣਾਈ ਗਈ। ਜੀ। ਤੇ ਸਿਰਫ ਕਨਫੈਸ਼ਨ ਸਟੇਟਮੈਂਟ ਜਿਹੜੀ ਕਿ ਉਹਨੇ ਬਾਰ-ਬਾਰ ਬਿਆਨ ਕਹਿਣ ਤੇ ਹਾਂਜੀ ਜੀ ਮੈਨੂੰ ਧੱਕੇ ਨਾਲ ਆਪਣੇ ਬਿਆਨ ਲਿਖਣ ਲਈ ਮਜਬੂਰ ਕੀਤਾ ਤੇ ਮੈਂ ਇਹ ਮੇਰਾ ਬਿਆਨ ਨਹੀਂ ਹੈ, ਇਕਬਾਲੀਆ ਬਿਆਨ ਨਹੀਂ ਹੈ। ਹਾਂਜੀ। ਪਰ ਕਿਸੇ ਨੇ ਉਹਦੀ ਨਾ ਸੁਣੀ ਤੇ ਉਸੇ ਕਨਫੈਸ਼ਨ ਸਟੇਟਮੈਂਟ ਨੂੰ ਉਹਦੇ ਗਲੇ ਦਾ ਫਾਂਸੀ ਦਾ ਫੰਦਾ ਬਣਾਇਆ ਗਿਆ। ਬਿਲਕੁਲ 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 ਵੀਰ ਜੀ। ਤੇ ਵੀਰ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਪ੍ਰੋਫੈਸਰ ਭੁੱਲਰ ਜੀ ਦੇ ਕੇਸ ਸੰਬੰਧੀ ਪੂਰਾ ਆਪਣੇ ਵਿਚਾਰ ਸਾਂਝੇ ਕੀਤੇ, ਪੂਰਾ ਵੇਰਵਾ ਦਿੱਤਾ। ਹੁਣ ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ, ਤੁਹਾਡੇ ਕੋਲ ਅੱਜ ਅਸੀਂ ਇੱਥੇ ਇਜਾਜ਼ਤ ਲੈਂਦੇ ਹਾਂ। ਸਮੇਂ ਇਸੇ ਤਰ੍ਹਾਂ ਤੁਹਾਨੂੰ ਅਸੀਂ ਫਿਰ ਆਪਣੇ ਸਿੱਖ ਸੰਗਤਾਂ ਦੇ ਰੂਬਰੂ ਕਰਵਾਉਂਦੇ ਰਹਾਂਗੇ। ਪਰ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਕੀਪ ਵਾਚਿੰਗ ਨਿਊਜ਼ TV 84 ਦੇ ਨਾਲ। we'll be right back after a short break.